ਭਿਆਨਕ ਹੋਵੇ। ਭਾਈ ਜੇਠਾ ਤੇ ਇਹਦੀ ਨਾਨੀ ਮਾਂ ਦੋਨੋਂ ਹੀ ਛੋਟਾ ਜਿਹਾ ਘਰ ਹੈ ਜਿਸ ਘਰ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਨੇ। ਨਾਨੀ ਮਾਂ ਦਾ ਸਰੀਰ ਹੈ ਜਿਹੜਾ ਬਿਰਧ ਹੈ, ਕੁਝ ਕਰ ਨਹੀਂ ਸਕਦੀ, ਕੰਮ ਨਹੀਂ ਕੋਈ ਕਰ ਸਕਦੀ। ਤੇ ਭਾਈ ਜੇਠਾ ਉਹਦੀ ਬਚਪਨ ਅਵਸਥਾ ਹੈ। ਤਿੰਨ ਚੀਜ਼ਾਂ, ਇੱਕ ਤਾਂ ਕਹਿੰਦੇ ਭਾਈ ਜੇਠੇ ਨੂੰ ਘਰ ਰੱਖਣਾ ਪਏਗਾ। ਸ਼ਰੀਕ ਲੋਕ, ਲਾਹੌਰ ਦੇ ਲੋਕ ਦਰਵਾਜ਼ਾ ਲਾ ਲੈਂਦੇ ਸੀ, ਸਗੇ ਜਿਹੜੇ ਆਰ ਪਰਿਵਾਰ ਵਿੱਚੋਂ ਸੀ। ਦੂਜਾ ਸੀ ਕਹਿੰਦੇ ਇਹਨੂੰ ਪ੍ਰਸ਼ਾਦਾ ਦੇਣਾ ਪਏਗਾ, 4 ਪ੍ਰਸ਼ਾਦੇ ਦੇਣੇ ਪੈਣਗੇ। ਤੇ ਜਦੋਂ ਥੋੜਾ ਜਿਹਾ ਵੱਡਾ ਹੋਇਆ ਫਿਰ ਲੋਕ ਸੋਚਣ ਲੱਗੇ, ਕਹਿੰਦੇ ਇਹਦਾ ਵਿਆਹ ਵੀ ਕਰਨਾ ਪੈਣਾ, ਇਹਦਾ ਵਿਆਹ ਕੌਣ ਕਰੂ। ਤਿੰਨ ਚੀਜ਼ਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਵਿੱਚ ਐਸੀਆਂ ਜਿਨ੍ਹਾਂ ਕਾਰਨ ਪਰਿਵਾਰ ਨੇ ਵੀ ਮੁੱਖ ਮੋੜ ਲਿਆ। ਆਪਣੇ ਸੀ ਜਿਹੜੇ ਸੰਬੰਧ ਵਾਲੇ, ਤੇ ਨਾਨੀ ਮਾਂ ਨੇ ਦੇਖਿਆ ਇੱਥੇ ਨਾ ਮੈਂ ਕੋਈ ਕੰਮ ਕਰ ਸਕਦੀ ਹਾਂ, ਮੈਂ ਵੀ ਭੁੱਖੀ ਮਰਾਂਗੀ, ਮੇਰਾ ਦੋਤਾ ਵੀ। ਆਪਣੇ ਦੋਤੇ ਨੂੰ ਗਲ ਨਾਲ ਲਾਇਆ ਤੇ ਆਪਦੇ ਪਿਓਕੇ ਲੈ ਗਈ ਬਾਸਰ ਕੇ ਨਗਰ। ਤੇ ਜਦੋਂ ਬਾਸਰ ਕੇ ਨਗਰ ਗਏ ਨਾ, ਗੁਰੂ ਅਮਰਦਾਸ ਮਹਾਰਾਜ ਜੀ ਦੀ ਉਪਮਾ ਸੁਣੀ ਹੈ। ਜਦੋਂ ਮਹਿਮਾ ਸੁਣੀ ਨਾ ਤੀਸਰੇ ਪਾਤਸ਼ਾਹ ਮਹਾਰਾਜ ਜੀ ਦੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨੇ ਘਰਿਆਂ ਦੇ ਘਰ, ਨੇ ਥਾਮਿਆਂ ਦੇ ਥਾਮ। ਉਹਨਾਂ ਦੀ ਇੰਨੀ ਕੁ ਉਪਮਾ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਹੜਾ ਚਲਿਆ ਜਾਂਦਾ ਉਹਦਾ ਹੀ ਹੋ ਜਾਂਦਾ ਹੈ। ਇੱਕ ਉਹ ਜਾਂਦੇ ਨੇ ਜਿਹੜੇ ਕਹਿੰਦੇ ਨੇ ਸਾਡਾ ਸੰਸਾਰ ਵਿੱਚ ਕੋਈ ਨਹੀਂ ਹੈ। ਭਾਈ ਜੇਠੇ ਨੂੰ ਨਾਨੀ ਮਾਂ ਜਦੋਂ ਬਾਸਰ ਕੇ ਲੈ ਕੇ ਗਈ, ਬਾਸਰ ਕੇ ਤੋਂ ਸੰਗਤਾਂ ਦੇ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚੇ, ਦਰਸ਼ਨ ਕੀਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ। ਜਦੋਂ ਦਰਸ਼ਨ ਕੀਤੇ ਨਾਨੀ ਮਾਂ ਨੇ ਤੇ ਭਾਈ ਜੇਠੇ ਨੇ, ਜਿਹੜੇ ਸੰਸਕਾਰ ਨੇ ਨਾ ਜੀ, ਗੁਣ ਨੇ, ਉਹ ਪੈਸੇ ਨਾਲ ਨਹੀਂ ਖਰੀਦੇ ਜਾਂਦੇ। ਘਰ ਵਿੱਚ ਮਾਇਆ ਬਹੁਤ ਹੋਵੇ ਜ਼ਰੂਰੀ ਨਹੀਂ ਵੀ ਸੰਸਕਾਰ ਆ ਜਾਣ। ਘਰ ਵਿੱਚ ਗਰੀਬੀ ਬਹੁਤ ਹੈ, ਪਰ ਭਾਈ ਜੇਠੇ ਨੂੰ ਨਾਨੀ ਮਾਂ ਨੇ ਐਸੇ ਸੰਸਕਾਰ ਦਿੱਤੇ ਨੇ, ਜੇਠਿਆ ਗੁਣਾਂ ਦੀ ਕਦਰ ਪੈਂਦੀ ਹੈ। ਭਾਈ ਜੇਠੇ ਨੇ ਸ਼ੁਭ ਗੁਣ ਧਾਰਨ ਕੀਤੇ ਹੋਏ ਨੇ। ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਪਹੁੰਚੇ ਨਾ, ਨਾਨੀ ਮਾਂ ਤੇ ਭਾਈ ਜੇਠੇ ਨੇ ਬੇਨਤੀ ਕੀਤੀ ਤੀਸਰੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਤੇਰੇ ਆਸਰੇ ਜੀ ਮੇਰਾ ਬੇੜਾ ਹੈ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਹੈ ਗਰੀਬ ਦਾ, ਤੇਰੇ ਆਸਰੇ ਜੀ ਮੇਰਾ, ਤੇਰੇ ਆਸਰੇ ਮੇਰਾ ਬੇੜਾ ਹੈ ਗਰੀਬ ਦਾ, ਤੇਰੇ ਆਸਰੇ, ਤੇਰੇ ਆਸਰੇ, ਤੇਰੇ ਆਸਰੇ ਮੇਰਾ ਬੇੜਾ ਹੈ ਗਰੀਬ ਦਾ, ਮੇਰਾ ਬੇੜਾ ਹੈ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਹੈ ਗਰੀਬ ਦਾ, ਤੇਰੇ ਆਸਰੇ ਜੀ ਮੇਰਾ, ਇੱਕ ਤੇਰੇ ਆਸਰੇ ਮੇਰਾ ਬੇੜਾ ਹੈ ਗਰੀਬ ਦਾ। ਆਹਾ, ਜਦੋਂ ਭਾਈ ਜੇਠੇ ਤੇ ਨਾਨੀ ਮਾਂ ਨੇ ਨਮਸਕਾਰ ਕੀਤੀ,
ਹੁਣ ਆਪਾਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਆਂ, ਪਰਿਵਾਰ ਦੀ ਸੁੱਖ ਮੰਗਦੇ ਆਂ। ਸੱਚੇ ਪਾਤਸ਼ਾਹ ਘਰ ਪਰਿਵਾਰ ਵਿੱਚ ਸੁੱਖ ਰਹੇ, ਬੱਚਿਆਂ ਵਿੱਚ ਚੜ੍ਹਦੀ ਕਲਾ ਹੋਵੇ, ਵਿਦਿਆ ਦਾ ਦਾਨ, ਕਿੰਨਾ ਕੁਝ ਮੰਗਦੇ ਆਂ ਬੱਚਿਆਂ ਲਈ। ਨਾਨੀ ਨੇ ਵੀ ਮੰਗਿਆ, ਮਹਾਰਾਜ ਆ ਮੇਰਾ ਦੋਤਾ ਨਾਲ ਆਇਆ ਜੇਠਾ, ਮੇਰੀ ਲੜਕੀ, ਮੇਰੀ ਧੀ, ਮੇਰਾ ਜਵਾਈ ਦੋਨੋਂ ਚਾਲੇ ਪਾ ਗਏ, ਹੁਣ ਇਹਦੇ ਮਾਂ-ਬਾਪ ਨਹੀਂ, ਮੈਂ ਹੀ ਮਾਂ ਹਾਂ ਤੇ ਮੈਂ ਹੀ ਦਾ ਪਿਓ ਹਾਂ। ਜਦੋਂ ਮਹਾਰਾਜ ਸਾਹਿਬ ਜੀ ਨੇ ਸੁਣਿਆ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਹੇ ਮਾਤਾ ਸੇਵਾ ਵਿੱਚ ਲੱਗ ਜਾ ਤੇ ਆਪਣੇ ਦੋਤੇ ਨੂੰ ਵੀ ਸੇਵਾ ਵਿੱਚ ਲਾ ਲੈ, ਕਿਉਂਕਿ ਸੇਵਾ ਜਿਹੜੇ ਗੁਰੂ ਨਾਨਕ ਦੀ ਸੇਵਾ ਕਰਦੇ ਨੇ ਨਾ, ਉਹਨਾਂ ਦੇ ਲੇਖ ਚੇਂਜ ਹੋ ਜਾਂਦੇ ਨੇ। ਉਹਨਾਂ ਦੇ ਰੇਖਾਂ ਵਿੱਚ ਮੇਖਾਂ ਵੱਜ ਜਾਂਦੀਆਂ ਨੇ। ਹੁਣ ਭਾਈ ਜੇਠਾ ਸੇਵਾ ਕਰਦਾ ਰੋਜ਼, ਜਿੰਨੀ ਕੁ ਹੁੰਦੀ ਹੈ ਮਾਤਾ ਦੇ ਨਾਲ। ਮਾਤਾ ਝਾੜੂ ਲਾਉਂਦੀ ਹੈ, ਅੱਗੇ ਅੱਗੇ ਭਾਈ ਜੇਠਾ ਜਲ ਛਿੜਕ ਦਿੰਦਾ, ਜਾਂ ਕਿਤੇ ਮੈਟ ਵਿਛਾਉਣੇ ਨੇ, ਲੰਗਰ ਵਿੱਚ ਕਿਤੇ ਜਲ ਵਰਤਾਉਣਾ ਹੈ, ਪ੍ਰਸ਼ਾਦੇ ਵਰਤਾਉਣੇ ਨੇ, ਜਿੱਥੇ ਵੀ ਮੌਕਾ ਮਿਲਣਾ ਭਾਈ ਜੇਠੇ ਨੇ ਛੋਟੀ ਉਮਰੇ ਸੇਵਾ ਵਿੱਚ ਲੱਗ ਜਾਣਾ। ਇਹ ਜਿਹੜਾ ਬਚਪਨ ਹੈ ਜੀ, ਤੇ ਕਿਸੇ ਤਰ੍ਹਾਂ ਦਾ ਰੰਗ ਚੜਾ ਦਈਏ, ਰੰਗ ਲਾਗਤ ਹੈ। ਨਾਨੀ ਮਾਂ ਨੇ ਸੇਵਾ ਦਾ ਰੰਗ ਚੜਾ ਦਿੱਤਾ ਭਾਈ ਜੇਠੇ ਤੇ। ਜੇਠਿਆ ਸੇਵਾ ਕਰਿਆ ਕਰ ਤੇ ਅਰਦਾਸ ਕਰਿਆ ਕਰ, ਮਹਾਰਾਜ ਮੇਰੇ ਚੰਗੇ ਕਰਮ ਨੇ, ਤੁਸੀਂ ਮੈਨੂੰ ਸੇਵਾ ਦਿੱਤੀ ਹੈ, ਕਦੇ ਮਾਣ ਨਾ ਕਰੀ ਵੀ ਮੈਂ ਕਰਦਾ। ਆ ਜਿਹੜੀ ਮਾਣ ਵਾਲੀ ਗੱਲ ਹੈ ਨਾ, ਹਉਮੈ ਵਾਲੀ, ਕੀਤੀ ਕਰਾਈ ਸੇਵਾ ਨੂੰ ਸਵਾਹ ਕਰ ਦਿੰਦੀ ਹੈ। ਬਸ ਇਹ ਸੋਚਿਆ ਕਰ ਮਹਾਰਾਜ ਮੇਰੇ ਵਰਗੇ ਤੈਨੂੰ ਲੱਖ ਨੇ। ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ, ਇੱਥੇ ਹੋਰ ਆ ਜਾਏਗਾ ਕੋਈ ਸੇਵਕ। ਭਾਈ ਜੇਠਾ ਬੜੇ ਆਨੰਦ ਵਿੱਚ ਸੇਵਾ ਕਰਦਾ ਹੈ। ਇੱਕ ਦਿਨ ਤੀਸਰੇ ਪਾਤਸ਼ਾਹ ਮਹਾਰਾਜ ਬੈਠੇ ਨੇ ਆਨੰਦ ਵਿੱਚ, ਭਾਈ ਜੇਠਾ ਇਹਦੀ ਨਾਨੀ ਕੋਲ ਚਲੇ ਗਏ। ਮਹਾਰਾਜ ਨਾਨੀ ਕਹਿੰਦੀ ਮੇਰੇ ਦੋਤੇ ਦੇ ਸਿਰ ਤੇ ਹੱਥ ਰੱਖ ਦਿਓ। ਮਹਾਰਾਜ ਕਹਿੰਦੇ ਜੇਠਿਆ ਕੋਈ ਕਰਮ ਵੀ ਕਰਿਆ ਕਰ, ਕਾਰਜ ਕਰਿਆ ਕਰ ਮਾਇਆ ਵਾਸਤੇ, ਮਾਇਆ ਗੁਜਰਾਨ ਹੈ। ਸਤ ਵਚਨ ਮਹਾਰਾਜ। ਮਾਤਾ ਜੀ ਨੂੰ ਪੁੱਛਿਆ, ਮਾਂ ਕੀ ਕੰਮ ਕਰਿਆ ਕਰਾਂ ਮੈਂ? ਜੇਠੇ ਨੂੰ ਨਾਨੀ ਮਾਂ ਕਹਿੰਦੀ ਹੈ, ਜੇਠਿਆ ਜੇ ਸੇਵਾ ਕਰਨੀ ਹੈ ਫਿਰ ਨਾਲ 10 ਨੌਹਾਂ ਦੀ ਕਿਰਤ ਵੀ ਕਰਿਆ ਕਰ। ਕੀ ਕਰਿਆ ਕਰਾਂ? ਚਣੇ, ਕਾਲੇ ਚਣੇ ਉਬਾਲ ਕੇ ਭੁੰਗਣੀਆਂ ਬਣਾ ਦਿੱਤੀਆਂ, ਛਾਬਾ ਟੋਕਰੀ ਵਿੱਚ ਪਾ ਕੇ। ਲੈ ਜੇਠਿਆ ਆ ਭੁੰਗਣੀਆਂ ਵੇਚਿਆ ਕਰ। ਜਿਹੜੇ ਰਾਹਾਂ ਨੂੰ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਂਦੀ ਹੈ, ਉਹਨਾਂ ਰਾਹਾਂ ਤੇ ਬਹਿ ਜਾਇਆ ਕਰ। ਭਾਈ ਜੇਠਾ ਬਹਿ ਜਾਂਦਾ ਰਾਹਾਂ ਤੇ, ਭੁੰਗਣੀਆਂ ਵੇਚਦਾ, ਆਵਾਜ਼ਾਂ ਪੈਂਦੀਆਂ ਨੇ ਕੰਨਾਂ ਦੇ ਵਿੱਚ ਭਾਈ ਜੇਠੇ ਦੇ। ਸਤਿਗੁਰ ਲੇਖ ਲਿਖਦੇ, ਲੇਖ ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਸਤਿਗੁਰ ਲੇਖ ਲਿਖਦੇ, ਲੇਖ ਲਿਖਦੇ ਕਲਮ ਹੱਥ ਫੜ ਕੇ ਜੀ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ ਜੀ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਜੀ ਸਤਿਗੁਰ ਲੇਖ ਲਿਖਦੇ,
ਲਿਖਦੇ ਕਲਮ ਹੱਥ ਫੜ ਕੇ। ਦਰਗਾਹ 'ਚ ਪਾਸ ਹੋਣਗੇ, ਉਹ ਦਰਗਾਹ 'ਚ ਪਾਸ ਹੋਣਗੇ ਜਿਨ੍ਹਾਂ ਲੇਖ ਲਿਖਾ ਲਏ ਖੜ ਕੇ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਸਤਿਗੁਰ ਲੇਖ ਲਿਖਦੇ, ਸਤਿਗੁਰ ਲੇਖ ਲਿਖਦੇ, ਲਿਖਦੇ ਕਲਮ ਹੱਥ ਫੜ ਕੇ। ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਨਾਨੀ ਮਾਂ ਮੇਰਾ ਗੁਰੂ ਲੇਖ ਲਿਖਦਾ ਹੈ, ਆਪਾਂ ਵੀ ਲਿਖਾ ਲਈਏ ਨਾਨੀ ਮਾਂ ਦੇ ਨਾਲ। ਜਦੋਂ ਬਚਪਨ ਦੀ ਅਵਸਥਾ ਵਿੱਚ ਭਾਈ ਜੇਠਾ ਇਹ ਗੱਲਾਂ ਕਰਦਾ ਨਾ ਪਿਆਰ ਵਾਲੀਆਂ, ਕਿਉਂਕਿ ਨਾਨੀ ਮਾਂ ਗੱਲਾਂ ਕਰਦੀ ਰਹਿੰਦੀ ਹੈ, ਪੁੱਤਰਾ ਲੇਖ ਲਿਖੇ ਹੋਏ ਨੇ, ਕਰਮਾਂ ਅਨੁਸਾਰ ਦੁੱਖ ਮਿਲਦੇ ਨੇ, ਕਰਮਾਂ ਅਨੁਸਾਰ ਹੀ ਸੁੱਖ ਮਿਲਦੇ ਨੇ। ਕੋਈ ਤੇਰੇ ਕਰਮ ਕੀਤੇ ਹੋਣਗੇ ਬਚਪਨ ਦੇ ਵਿੱਚ, ਤੇਰੇ ਮਾਤਾ ਪਿਤਾ ਦਾ ਵਿਛੋੜਾ ਪੈ ਗਿਆ, ਪਰ ਇੱਕ ਕਰਮ ਤੇਰਾ ਚੰਗਾ ਵੀ ਲਿਖਿਆ ਹੋਇਆ ਹੈ, ਤੈਨੂੰ ਗੁਰੂ ਨਾਨਕ ਦੇ ਘਰ ਦਾ ਮਿਲਾਪ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੱਡੇ ਕੁ ਭਾਗਾਂ ਵਾਲੇ ਨੇ ਜਿਹੜੇ ਇਸ ਅਸਥਾਨ ਤੇ ਆ ਕੇ ਝੁਕ ਜਾਂਦੇ ਨੇ, ਜਿਹੜੇ ਕਹਿੰਦੇ ਨੇ ਦਾਤਾ ਜੀ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਰੋਜ਼ ਟੋਕਰੀ ਦੇ ਵਿੱਚ ਭੁੰਗਣੀਆਂ ਵੇਚਣੀਆਂ, ਫਿਰ ਸੇਵਾ ਕਰਨੀ, ਫਿਰ ਨਾਨੀ ਮਾਂ ਦੇ ਕੋਲ ਬਹਿ ਕੇ ਲੋਰੀਆਂ ਸੁਣਨੀਆਂ, ਉਹਦੀਆਂ ਕਹਾਣੀਆਂ ਸੁਣਨੀਆਂ, ਸੰਸਕਾਰ ਧਾਰਨ ਕਰਨੇ। ਸੇਵਾ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਲੱਗਿਆ ਵੀ ਜਵਾਨੀ ਕਦੋਂ ਆ ਗਈ ਜੇਠੇ ਤੇ। 1534 ਈਸਵੀ ਦੇ ਵਿੱਚ ਅਵਤਾਰ ਲਿਆ ਸਤਿਗੁਰਾਂ ਨੇ। 1553 ਦਾ ਸਮਾਂ ਹੈ। ਸਤਿਗੁਰੂ ਸਜੇ ਬੈਠੇ ਨੇ। ਸਤਿਗੁਰਾਂ ਦੇ ਦੋ ਧੀਆਂ ਨੇ, ਬੀਬੀ ਦਾਨੀ ਤੇ ਬੀਬੀ ਭਾਨੀ। ਬੀਬੀ ਦਾਨੀ ਦਾ ਰਿਸ਼ਤਾ ਕੀਤਾ ਹੋਇਆ, ਵਿਵਾਹ ਕੀਤਾ ਹੋਇਆ ਹੈ, ਤੇ ਬੀਬੀ ਭਾਨੀ ਦੇ ਲਈ ਵਰ ਲੱਭਿਆ ਜਾ ਰਿਹਾ। ਮਾਤਾ ਜੀ ਨੂੰ ਪੁੱਛਿਆ ਵਰ ਕਿੱਦਾਂ ਦਾ ਹੋਵੇ? ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਮਾਤਾ ਜੀ ਕਹਿੰਦੇ ਜਿੱਦਾਂ ਦਾ ਉਹ ਸੇਵਾਦਾਰ ਸੇਵਾ ਕਰਦਾ ਇਦਾਂ ਦਾ ਹੋਵੇ। ਭਾਈ ਜੇਠਾ ਸੇਵਾ ਕਰਦਾ ਸੀ, ਭਾਈ ਜੇਠਾ ਸੇਵਾ ਕਰਦਾ ਸੀ। ਮਹਾਰਾਜ ਕਹਿੰਦੇ ਫਿਰ ਇਹਦੇ ਵਰਗੇ ਤਾਂ ਇਹੀ ਸੇਵਾਦਾਰ ਨੇ, ਇਹਦੇ ਵਰਗਾ ਉਹ ਹੋਰ ਨਹੀਂ, ਜੇਠੇ ਵਰਗਾ ਕੋਈ। ਮਹਾਰਾਜ ਨੇ ਕੋਲ ਬੁਲਾਇਆ, ਜੇਠਿਆ ਨਾਨੀ ਮਾਂ ਨੂੰ ਬੁਲਾ। ਨਾਨੀ ਨੂੰ ਬੁਲਾਇਆ, ਪੁੱਛਿਆ ਅਸੀਂ ਤੇਰੇ ਦੋਤੇ ਦਾ ਰਿਸ਼ਤਾ ਆਪਣੇ ਘਰ ਨਾਲ ਜੋੜਨ ਲੱਗੇ ਆ। ਜਦੋਂ ਆਹ ਗੱਲ ਸੁਣੀ, ਨਾਨੀ ਮਾਂ ਦਾ ਚਾਅ ਨਹੀਂ ਚੁੱਕਿਆ ਜਾਂਦਾ। ਸੱਚੇ ਪਾਤਸ਼ਾਹ ਮੈਂ ਕਿਆ ਮੰਗੂ ਫਿਰ ਨਾ ਹੋਰ ਕੀ ਮੰਗ ਲਵਾਂ, ਤੁਹਾਡੇ ਘਰ ਨਾਲ ਸੰਬੰਧ ਬਣ ਜੇ। ਮਹਾਰਾਜ ਨੇ ਬੀਬੀ ਭਾਨੀ ਦਾ ਰਿਸ਼ਤਾ ਕਰ ਦਿੱਤਾ ਭਾਈ ਜੇਠੇ ਦੇ ਨਾਲ, ਤੇ ਘਰੇ ਹੀ ਰੱਖ ਲਿਆ। ਆਮ ਆਪਾਂ ਕਹਿ ਦਿੰਦੇ ਆ ਵੀ ਘਰ ਜਵਾਈ। ਵੱਡੀ ਬੀਬੀ ਬੀਬੀ ਦਾਨੀ ਦੇ ਘਰ ਵਾਲਾ ਭਾਈ ਰਾਮਾ ਵੀ ਘਰ ਜਵਾਈ ਹੈ, ਤੇ ਭਾਈ ਜੇਠਾ ਵੀ ਸੇਵਾ ਕਰਦਾ ਹੈ। ਤੇ ਸੇਵਾ ਕਰਦਿਆਂ ਕਰਦਿਆਂ ਨਾ ਐਸੀ ਸੇਵਾ ਕੀਤੀ ਗੁਰੂ ਨਾਨਕ ਦੇ ਘਰ ਦੀ, ਆਹਾ ਸਤਿਗੁਰ ਕੀ ਸੇਵਾ ਸਫਲ ਹੈ। ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ, ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ, ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ, ਕਰਕੇ ਕੋਈ ਦੇਖ ਲੋ ਸੇਵਾ ਤੋਂ ਲੱਗਦਾ ਮੇਵਾ, ਕਰਕੇ ਕੋਈ ਦੇਖ ਲੋ ਜੀ, ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ। ਸਤਿਗੁਰ ਕੀ ਸੇਵਾ ਸਫਲ ਹੈ,
गुर की सेवा सफल है। सतगुर की सेवा सफल है, सतगुर की सेवा सफल है, सतगुर की सेवा, सतगुर की सेवा सफल है। ओ जे को करे चित लाए, सतगुर की सेवा सफल है। गुर की सेवा सफल है, जे करे चित लाए, सतगुर की सेवा सफल है, सतगुर की सेवा सफल है। जे को करे चित लाए जी, सतगुर की सेवा सफल है, सतगुर की सेवा सफल है। सतगुर की सेवा सफल है, जे को करे चित लाए, मन चिंदिया बल पावਣਾ ਹਉਮੈ ਵਿੱਚੋਂ ਜਾਏ। ਸੇਵਾ ਦੇ ਦਿੱਤੀ ਗੁਰੂ ਨੇ ਲੰਗਰ ਦਾ ਪ੍ਰਸ਼ਾਦੇ ਦੇ ਦਿੱਤੇ। ਲੈ ਜੇਠਿਆ, ਇਹ ਲੰਗਰ ਵੀ ਤੇਰਾ, ਪ੍ਰਸ਼ਾਦੇ ਵੀ ਤੇਰੇ, ਸੇਵਾ ਵੀ ਤੇਰੀ, ਅਸੀਂ ਵੀ ਤੇਰੇ। ਅੰਦਰ ਗੱਲ ਬਣ ਗਈ ਜੇਠੇ ਦੇ, ਤੇ ਹੁਣ ਹਰ ਵਕਤ ਪੜਦਾ ਰਹਿੰਦਾ, ਭਾਗ ਹੋਆ ਗੁਰ ਸੰਤ ਮਿਲਾਇਆ। ਮੇਰੇ ਵੱਡੇ ਭਾਗ ਨੇ, ਮੈਨੂੰ ਰੱਬ ਵਰਗਾ ਸਾਧੂ ਸਰੂਪ ਗੁਰੂ ਮਿਲ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ। ਅੱਜ ਜਦੋਂ ਪਿਆਰ ਵਿੱਚ ਭਾਈ ਜੇਠੇ ਦਾ ਰਿਸ਼ਤਾ ਕੀਤਾ, ਬੜੇ ਚਾਅ ਮਨਾਏ ਗਏ। ਵਿਵਾਹ ਹੋਇਆ ਬੀਬੀ ਭਾਨੀ ਦੇ ਨਾਲ, ਤੇ ਭਾਈ ਜੇਠੇ ਨੂੰ ਗੁਰੂ ਅਮਰਦਾਸ ਮਹਾਰਾਜ ਹੁਣ ਜੇਠਾ ਨਹੀਂ ਕਹਿੰਦੇ, ਹੁਣ ਕੀ ਕਹਿੰਦੇ ਨੇ? ਰਾਮਦਾਸ ਜੀ ਨਾਂ ਦੇ ਦਿੱਤਾ ਮਹਾਰਾਜ ਨੇ। ਰਾਮਦਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਰਾਮਦਾਸ ਸਰੋਵਰ ਨਾਤੇ, ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਪਾਪ ਕਮਾਤੇ। ਸਮਾਂ ਲੰਘਦਾ ਗਿਆ, ਐਸਾ ਸਮਾਂ ਆਇਆ, ਤੀਸਰੇ ਪਾਤਸ਼ਾਹ ਨੇ ਫਿਰ ਆਪਣਾ ਅਗਲਾ ਸਮਾਂ ਨੇੜੇ ਜਾਣਦਿਆਂ ਹੋਇਆਂ ਹੁਕਮ ਕੀਤਾ। ਰਾਮਕਲੀ ਸਦ ਪੜ੍ਹਦੇ ਆ ਨਾ ਜੀ, ਤੇ ਬਚਨ ਕੀਤਾ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਹੁਣ ਅਸੀਂ ਜਾਣਾ ਸਾਡੀ ਜੋਤ ਅਮਰਦਾਸ ਦੇ ਵਿੱਚ ਕੰਮ ਕਰੇਗੀ, ਤੇ ਬਚਨ ਕੀਤਾ ਹੁਣ ਤੁਸੀਂ ਇੱਕ ਨਗਰੀ ਵਸਾਉਣੀ ਹੈ, ਜਾਓ। ਕਿਹੜੀ ਨਗਰੀ? ਜਿਹਦੇ ਬਾਬਤ ਪੜਿਆ ਜਾਂਦਾ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ। ਗੁਰੂ ਅਮਰਦਾਸ ਨੇ ਵਰ ਦਿੱਤਾ, ਰਾਮਦਾਸ ਜੀ ਸੁਖੀ ਬਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਬਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਬਸਦੀ ਰਹੇ ਤੇਰੀ ਨਗਰੀ, ਬਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਸੁਖੀ ਬਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ, ਸੁਖੀ ਵਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਸੁਖੀ ਬਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਬਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਸੁਖੀ ਵਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਵਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਬਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਸੁਖੀ ਵਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ। ਅਮਰਦਾਸ ਗੁਰੂ ਮਹਾਰਾਜ ਨੇ ਜਦੋਂ 12 ਬਖਸ਼ਿਸ਼ ਬਣਾ ਦਿੱਤਾ ਭਾਈ ਜੇਠੇ ਨੂੰ, ਗੁਰੂ ਅਮਰਦਾਸ ਆਪਣੀ ਜੋਤ ਟਿਕਾਈ, ਤੇ ਮਹਾਰਾਜ ਨੇ ਫਿਰ ਨਗਰੀ ਵਸਾਈ, ਜਿਹਦਾ ਨਾਂ ਰੱਖਿਆ ਚੱਕ ਗੁਰੂ। ਜਦ ਚੱਕ ਰਾਮਦਾਸ 52 ਤਰ੍ਹਾਂ ਦੇ ਵਪਾਰੀ ਲਿਆਂਦੇ ਬਾਹਰੋਂ, ਆਓ ਭਾਈ ਆਪਾਂ ਇੱਕ ਸ਼ਹਿਰ ਵਸਾਇਆ, ਉਹਦੇ ਵਿੱਚ ਵਪਾਰ ਕਰਨ ਵਾਸਤੇ ਵਪਾਰੀਆਂ ਦੀ ਲੋੜ ਹੈ। ਅੰਮ੍ਰਿਤਸਰ ਸਾਹਿਬ ਐਸਾ ਸ਼ਹਿਰ ਵਸਾਇਆ ਜਿਹਦੇ ਵਿੱਚ ਫਿਰ ਇੱਕ ਕੌਤਕ ਹੋਇਆ। ਬੀਬੀ ਰਜਨੀ ਵਾਲਾ ਮਹਾਰਾਜ ਨੇ ਫਿਰ ਉਹ ਸਰੋਵਰ ਪ੍ਰਗਟ ਕੀਤਾ, ਜਿਹਦੀ ਸੇਵਾ ਮਹਾਰਾਜ ਨੇ ਆਪ ਕਰਾਈ। ਸੰਤੋਖ ਸਰ
ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਭਾਵੇਂ ਇੱਥੇ ਇਹ ਜਿਹੜੀ ਤੁਕ ਹੈ ਇਹ ਇਦਾਂ ਭਾਈ ਹਰੀ ਦੇ ਦਾਸਾਂ ਦੀ ਧੂੜੀ ਵਿੱਚ ਨਹਾ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ। ਫਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੈ ਜੈਕਾਰ ਹੁੰਦੀ ਆ, ਉਪਮਾ ਹੁੰਦੀ ਆ। ਉਹ ਕਰੀਏ, ਸਮਾਪਤੀਆਂ ਕਰੀਏ ਪਿਆਰ ਦੇ ਨਾਲ। ਪੜਿਓ ਧਾਰਨਾ ਜੈ ਜੈਕਾਰ ਹੋ ਰਹੀ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ। ਕਰਿਓ ਆਪਾਂ ਵੀ ਸਾਰੇ ਹੀ।